हाँ जी स्टूडेंट्स, अपना जिहड़ा नैक्सट टॉपिक सीगा दैट वाज सिस्टम्स ऑफ डायमेंशनिंग। बच्चे डायमेंशनिंग दो तरह की होंदी है। फर्स्ट इज अलाइंड सिस्टम ते सैकेंड अपना हैगा यूनी डायरैक्शनल सिस्टम। कहते हैं इन द अलाइंड सिस्टम डायमेंशंस आर अलाइंड विद द एंटिटी बीइंग measured. They are placed perpendicular to the dimension line such that they may be read from the bottom or right hand side of the drawing sheet. ਕਹਿੰਦੇ ਆਪਾਂ ਇਸ ਹਿਸਾਬ ਨਾਲ ਡਾਇਮੈਂਸ਼ਨਿੰਗ ਕਰਦੇ ਆ ਬਈ ਇਹ ਜਾਂ ਤਾਂ ਥੱਲੇ ਵਾਲੇ ਪਾਸਿਓਂ ਪੜ੍ਹ ਸਕਦੇ ਹਾਂ ਜਾਂ ਆਪਾਂ ਸੱਜੇ ਪਾਸਿਓਂ ਪੜ੍ਹ ਸਕਦੇ ਹਾਂ। ਆਪਾਂ ਕਹਿੰਦੇ ਡਾਇਮੈਂਸ਼ਨਸ ਆਰ ਪਲੇਸਡ ਐਟ ਦੀ ਮਿਡਲ ਐਂਡ ਔਨ ਦੀ ਟੌਪ ਆਫ ਦੀ ਡਾਇਮੈਂਸ਼ਨ ਲਾਈਨ। ਕਹਿੰਦੇ ਜੇ ਡਾਇਮੈਂਸ਼ਨ ਆ ਉਹ ਆਪਾਂ ਸੈਂਟਰ 'ਚ ਰੱਖਦੇ ਹਾਂ ਤੇ ਟੌਪ ਤੇ ਰੱਖਦੇ ਹਾਂ। ਠੀਕ ਹੈ, ਹੁਣ ਕਿਵੇਂ ਬਣਾਵਾਂਗੇ ਲੈਟ ਕਰਦਾ ਮੈਂ ਇੱਥੇ ਇੱਕ ਸਕੁਅਰ ਬਣਾਇਆ, ਇੱਕ ਰੈਕਟੈਂਗਲ ਹੀ ਬਣਾ ਲੈਂਦੇ ਆਪਾਂ। ਇੱਕ ਇੱਥੇ ਮੈਂ ਰੈਕਟੈਂਗਲ ਬਣਾਇਆ, ਇਹਦੇ ਵਿੱਚ ਜੇ ਤਾਂ ਅਲਾਈਨਡ ਸਿਸਟਮ ਆ ਇਹਦੇ ਬਿਲਕੁਲ ਸੈਂਟਰ ਦੇ ਵਿੱਚ ਆਪਾਂ ਲਿਖ ਦੇਣਾ ਲੈਟ ਕਰਦੇ ਹਾਂ ਇਹ 100 mm ਬਿਲਕੁਲ ਸੈਂਟਰ ਵਿੱਚ ਆ ਗਿਆ। ਤੇ ਜਿਹੜੇ ਆਪਾਂ ਇਹਦੀ ਬ੍ਰੈਡਥ ਸ਼ੋ ਕਰਨੀ ਹੈ, ਜਿਹੜੀ ਆਪਣੀ ਵਿਡਥ ਸ਼ੋ ਕਰਨੀ ਹੈ, ਉਹ ਵੀ ਆਪਾਂ ਸੈਂਟਰ ਵਿੱਚ ਸ਼ੋ ਕਰ ਦਾਂਗੇ। 100 ਇੱਧਰ ਹੈ, 50 ਇੱਧਰ ਹੈ, ਯਾਨੀ ਕਿ ਸੈਂਟਰ ਵਿੱਚ। ਤੁਹਾਨੂੰ ਗਾਂ ਦਿਖਾਊਂਗਾ, ਬਾਈ ਐਗਜ਼ਾਮਪਲ ਦਿਖਾਵਾਂਗੇ ਤੁਹਾਨੂੰ ਨਾਲ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਨੈਕਸਟ ਇਜ਼ ਯੂਨਿਟ ਡਾਇਰੈਕਸ਼ਨ ਸਿਸਟਮ। ਕਹਿੰਦੇ ਇਨ ਦਾ ਯੂਨਿਟ ਡਾਇਰੈਕਸ਼ਨ ਸਿਸਟਮ dimensions are placed in such a way that they can be read from the bottom edge of the drawing. ਥੱਲੇ ਵਾਲੇ ਪਾਸੇ ਆਪਾਂ ਪੜ੍ਹ ਸਕਦੇ ਹਾਂ। ਕਹਿੰਦੇ ਜਿਹੜੀ ਡਾਇਮੈਂਸ਼ਨਸ ਆ, ਡਾਇਮੈਂਸ਼ਨ ਜਿਹੜੀਆਂ ਲਾਈਨਸ ਹੁੰਦੀਆਂ ਉਹਨਾਂ ਨੂੰ ਤੋੜ ਕੇ ਉਹਦੇ ਵਿੱਚ ਡਾਇਮੈਂਸ਼ਨਸ ਲਿਖੀਆਂ ਜਾਂਦੀਆਂ ਨੇ। ਠੀਕ ਹੈ, ਤੁਹਾਨੂੰ ਮੈਂ ਨੈਕਸਟ ਜਿਹੜੀ ਸਲਾਈਡ ਆ ਉਹ 'ਚ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਜਾਏਗਾ। ਹਾਂਜੀ, ਤੁਸੀਂ ਬੱਚੇ ਦੇਖ ਸਕਦੇ ਹੋ ਜਿਹੜੇ ਡਾਇਮੈਂਸ਼ਨਿੰਗ ਸਿਸਟਮ ਆਪਾਂ ਦੋ ਤਰ੍ਹਾਂ ਦੇ ਬਣਾਏ ਆ। ਫਸਟ ਇਜ਼ ਅਲਾਈਨਡ, ਸੈਕਿੰਡ ਇਜ਼ ਯੂਨੀ ਡਾਇਰੈਕਸ਼ਨਲ। ਠੀਕ ਹੈ, ਹੁਣ ਅਲਾਈਨਡ ਵਿੱਚ ਦੇਖੋ ਜਿਹੜੀਆਂ ਡਾਇਮੈਂਸ਼ਨਸ ਆਪਾਂ ਬਣਾਈਆਂ ਨੇ, ਪਹਿਲੀ ਗੱਲ ਤਾਂ ਡਾਇਮੈਂਸ਼ਨ ਲਾਈਨਸ ਦੇ ਬਿਲਕੁਲ ਸੈਂਟਰ ਵਿੱਚ ਲਿਖੀਆਂ ਗਈਆਂ ਨੇ ਸਾਰੀਆਂ। ਠੀਕ ਹੈ, ਉਸ ਤੋਂ ਬਾਅਦ ਜਦੋਂ ਆਪਾਂ ਰਾਈਟ ਹੈਂਡ ਸਾਈਡ ਤੋਂ ਲਿਖਣੀਆਂ ਨੇ ਤਾਂ ਵੀ ਆਪਾਂ ਸੈਂਟਰ 'ਚ ਲਿਖੀਆਂ ਨੇ, ਪਰ ਉਹਦੀ ਓਰੀਐਂਟੇਸ਼ਨ ਕਿਵੇਂ ਹੈ, ਡਾਇਮੈਂਸ਼ਨ ਲਾਈਨਸ ਦੇ ਨਾਲ ਆਪਾਂ 90 ਡਿਗਰੀ ਤੇ ਇਹਨੂੰ ਬਣਾਇਆ ਹੋਇਆ। ਡਾਇਮੈਂਸ਼ਨ ਲਾਈਨਸ ਦੇ ਨਾਲ ਇਹਨੂੰ 90 ਡਿਗਰੀ ਤੇ ਆਪਾਂ ਘੁਮਾ ਕੇ ਲਿਖਿਆ ਵਾ। ਠੀਕ ਹੈ, ਲਿਖਿਆ ਸੈਂਟਰ 'ਚ ਹੀ ਆ। ਠੀਕ ਹੈ, ਆਹ ਹੈਗਾ ਅਲਾਈਨਡ ਸਿਸਟਮ। ਜਦੋਂ ਆਪਾਂ ਇਹਦੇ ਥੱਲੇ ਇੱਕ ਪੁਆਇੰਟ ਹੋਰ ਲਿਖਿਆ, ਇਟ ਇਜ਼ ਰੀਡੇਬਲ ਫਰੋਮ ਬੋਟਮ ਐਂਡ ਰਾਈਟ ਐਂਡ ਆਫ ਸ਼ੀਟ। ਕਹਿੰਦੇ ਆਪਾਂ ਥੱਲੇ ਵਾਲੇ ਪਾਸਿਓਂ ਤੇ ਸੱਜੇ ਵਾਲੇ ਪਾਸਿਓਂ ਆਪਾਂ ਇਹਨੂੰ ਪੜ੍ਹ ਸਕਦੇ ਹਾਂ। ਠੀਕ ਹੈ, ਇਹੀ ਜੇ ਇਹਦੀ ਜਿਹੜਾ ਯੂਨਿਟ ਡਾਇਰੈਕਸ਼ਨਲ ਹੁੰਦਾ ਉਹ 'ਚ ਕੀ ਹੋਣਾ ਸੀ, ਆਪਾਂ ਦੇਖ ਸਕਦੇ ਹਾਂ ਇੱਥੇ। ਉਹ 'ਚ ਕੀ ਕਰਦੇ ਹਾਂ ਆਪਾਂ, ਸੈਂਟਰ ਲਾਈਨ ਆ ਜਿਹੜੀ, ਸੈਂਟਰ ਵਿੱਚ ਉਹਨੂੰ ਲਾਈਨ ਨੂੰ ਤੋੜ ਦਿੰਦੇ ਹਾਂ, ਤੋੜ ਕੇ ਵਿੱਚ ਇਹਦੇ ਡਾਇਮੈਂਸ਼ਨ ਲਿਖ ਦਿੰਦੇ ਹਾਂ। ਠੀਕ ਹੈ, ਲਾਈਨਸ ਤੋੜ ਕੇ ਉਹਦੇ ਵਿੱਚ ਡਾਇਮੈਂਸ਼ਨਿੰਗ ਕੀਤੀ ਹੋਈ ਆ। ਦੂਜੇ ਪਾਸੇ ਜਦੋਂ ਆਪਾਂ ਪੜ੍ਹਨਾ ਹੀ ਥੱਲੇ ਵਾਲੇ ਪਾਸਿਓਂ ਹੈ ਤਾਂ ਆਪਾਂ ਨੂੰ ਇਹਦੇ ਵਿੱਚ ਘੁਮਾ ਕੇ ਲਿਖਣ ਦੀ ਲੋੜ ਨਹੀਂ ਪੈਂਦੀ। ਠੀਕ ਹੈ, ਅਨਲਾਈਕ ਅਲਾਈਨਡ ਸਿਸਟਮ, ਇਹਨੂੰ ਇੱਥੇ ਆਪਾਂ ਨੂੰ ਘੁਮਾ ਕੇ ਲਿਖਣ ਦੀ ਲੋੜ ਨਹੀਂ ਪੈਂਦੀ। ਆਪਾਂ ਬਸ ਲਾਈਨ ਨੂੰ ਸੈਂਟਰ ਵਿੱਚੋਂ ਕੱਟ ਕਰਕੇ ਤੇ ਆਪਾਂ ਇਹਨੂੰ ਲਿਖ ਸਕਦੇ ਹਾਂ। ਠੀਕ ਹੈ, ਹੋਪਫੁਲੀ ਤੁਹਾਨੂੰ ਇਹ ਸਮਝ ਲੱਗ ਗਿਆ ਹੋਵੇਗਾ ਇਹ ਚੀਜ਼। ਨੈਕਸਟ ਆਪਣੇ ਆ ਜਾਂਦੇ ਨੇ, ਨੈਕਸਟ ਟੌਪਿਕ ਵੱਲ ਚੱਲਦੇ ਹਾਂ ਆਪਾਂ। ਨੈਕਸਟ ਇਜ਼ ਡਾਇਮੈਂਸ਼ਨਿੰਗ ਐਲੀਮੈਂਟਸ। ਡਾਇਮੈਂਸ਼ਨਿੰਗ ਦੇ ਬੱਚੇ ਜਿਹੜੇ ਐਲੀਮੈਂਟਸ ਕਿਹੜੇ ਹੁੰਦੇ ਆ, ਕਹਿੰਦੇ a line on their drawing whose length is to be shown is called an object line. ਕਹਿੰਦੇ ਜਿਹਦੀ ਆਪਾਂ ਲੈਂਥ ਸ਼ੋ ਕਰਨੀ ਆ ਉਹਨੂੰ ਕੀ ਕਹਿੰਦੇ ਆ, object line. ਕਹਿੰਦੇ the object line is essentially an outline representing the features of the object. ਕਹਿੰਦੇ ਜਿਹੜੀ ਆਹ object line ਹੁੰਦੀ ਆ ਇਹ ਬੇਸਿਕਲੀ ਆਪਾਂ ਨੂੰ ਆਊਟਲਾਈਨ ਸ਼ੋ ਕਰਦੀ ਹੈ, ਸ਼ੋਇੰਗ ਫੀਚਰਸ ਆਫ ਦੀ object. While showing an angle, the two lines forming the angle will be the object lines. ਕਹਿੰਦੇ ਐਂਗਲ ਸ਼ੋ ਕਰਨ ਵੇਲੇ ਜਿਹੜੀਆਂ ਦੋ ਲਾਈਨਾਂ ਬਣਨਗੀਆਂ ਉਹ ਵੀ object lines ਹੋਣਗੀਆਂ। ਫਿਰ ਕਹਿੰਦੇ dimensioning is often done by a set of elements which includes extension lines, dimension lines, leader lines, arrowheads and dimensions.
ਤੁਹਾਨੂੰ ਦਿਖਾ ਦਿੰਦੇ ਹਾਂ ਥੋੜਾ ਜ਼ੂਮ ਕਰਕੇ ਇਹਦੇ ਵਿੱਚ ਵੀ ਕਿਹੜੀਆਂ ਕਿਹੜੀਆਂ ਆਪਣੀਆਂ ਡਾਇਮੈਂਸ਼ਨਸ ਨੇ, ਕਿਹੜੇ ਕਿਹੜੇ ਲੀਡਰਸ ਹੈ। ਆਹ ਦੇਖੋ ਬੱਚੇ ਡਾਇਮੈਂਸ਼ਨ ਹੈ, ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਆਪਾਂ। ਆਹ ਲਾਈਨ ਕਿਹੜੀ ਹੈ, ਦਿਸ ਇਜ਼ ਡਾਇਮੈਂਸ਼ਨ ਲਾਈਨ। ਠੀਕ ਹੈ ਬੱਚੇ, ਆਹ ਆਪਣਾ ਲੀਡਰ ਆ ਗਿਆ, ਦਿਸ ਇਜ਼ ਲੀਡਰ। ਠੀਕ ਹੈ, ਇਹਦੇ ਵਿੱਚ ਕੀ ਦੱਸਿਆ ਹੋਇਆ ਆਪਾਂ ਵੀ ਇਹਦੇ ਵਿੱਚ ਦੋ ਹੋਲਸ ਨੇ, ਦੋਨਾਂ ਦਾ ਡਾਇਆਮੀਟਰ ਕਿੰਨਾ ਹੈ 20 mm। ਦਿਸ ਇਜ਼ ਫॉर ਡਾਇਆਮੀਟਰ। ਠੀਕ ਹੈ, ਉਸ ਤੋਂ ਬਾਅਦ ਐਰੋ ਹੈਡ ਆ ਗਏ ਤੁਹਾਡੇ, ਇਹਦੀ ਵਿਡਥ ਕਿੰਨੀ ਹੁੰਦੀ ਹੈ 1:3। ਠੀਕ ਹੈ, ਫਿਰ ਬੱਚੇ ਆਪਣੇ ਆ ਜਾਂਦੀਆਂ ਡਾਇਮੈਂਸ਼ਨ ਲਾਈਨਸ ਜਿਹੜੀਆਂ ਪਹਿਲਾਂ ਵੀ ਤੁਹਾਨੂੰ ਦੱਸੀਆਂ ਸੀਗੀਆਂ, ਇੱਥੇ ਫਿਰ ਸ਼ੋ ਕੀਤੀਆਂ ਹੋਈਆਂ ਨੇ। ਫਿਰ ਜਿਹੜਾ ਐਂਗਲ ਤੋਂ ਬਾਹਰ ਜਿਹੜੀਆਂ ਲਾਈਨਾਂ ਲੱਗੀਆਂ ਦੇ ਆਰ ਨੋਨ ਐਜ਼ ਐਕਸਟੈਂਸ਼ਨ ਲਾਈਨਸ। ਠੀਕ ਹੈ, ਆਪਾਂ ਐਂਗਲ ਵਿੱਚ ਸ਼ੋ ਕੀਤਾ ਹੋਇਆ, ਇਸ ਸੈਂਟਰ ਤੋਂ ਆਰਕ ਖਿੱਚ ਕੇ ਇੱਕ ਲਗਾਈ ਹੋਈ ਹੈ। ਠੀਕ ਹੈ, ਨੈਕਸਟ ਬੱਚੇ ਆ ਜਾਂਦਾ ਪਲੇਸਿੰਗ ਆਫ ਡਾਇਮੈਂਸ਼ਨ। ਕਿਉਂਕਿ ਪ੍ਰੋਬਲਮ ਬੱਚਿਆਂ ਨੂੰ ਕਿੱਥੇ ਆਉਂਦੀ ਹੈ ਵੀ ਜਿੱਥੇ ਜਗ੍ਹਾ ਘੱਟ ਜਾਂਦੀ ਹੈ ਉੱਥੇ ਡਾਇਮੈਂਸ਼ਨ ਨੂੰ ਐਕਚੁਅਲ 'ਚ ਪਲੇਸ ਕਿਵੇਂ ਕਰਨਾ। ਠੀਕ ਹੈ, ਇਹ ਬੱਚੇ ਕੁਝ ਤਰੀਕੇ ਨੇ ਜਿਸ ਹਿਸਾਬ ਦੇ ਨਾਲ ਆਪਾਂ ਡਾਇਮੈਂਸ਼ਨ ਨੂੰ ਪਲੇਸ ਕਰ ਸਕਦੇ ਹਾਂ। ਤੁਸੀਂ ਇਹਦੀ ਇੱਕ ਸ਼ੀਟ ਵੀ ਬਣਾ ਲਿਓ ਜਿਹਦੇ ਵਿੱਚ ਤੁਸੀਂ ਪਹਿਲਾਂ ਤੇ ਅਲਾਈਨ ਦੇ ਸਿਸਟਮ, ਦੂਜਾ ਯੂਨਿਟ ਡਾਇਰੈਕਸ਼ਨ ਸਿਸਟਮ ਸ਼ੋ ਕਰ ਸਕਦੇ ਹੋ। ਉਸ ਤੋਂ ਬਾਅਦ ਤੁਹਾਡੀ ਆ ਜਾਂਦੀ ਹੈ ਪਲੇਸਿੰਗ ਆਫ ਡਾਇਮੈਂਸ਼ਨ। ਇਹਦੇ ਵਿੱਚ ਦੇਖੋ ਜੇ ਤਾਂ ਵਿਦਨ ਐਕਸਟੈਂਸ਼ਨ ਲਾਈਨਸ ਕਰਨੀ ਹੈ, ਜਿਹੜੇ ਐਰੋ ਹੈਡ ਲੱਗਦੇ ਬਾਹਰ ਵਾਲੇ ਪਾਸੇ ਲੱਗਦੇ ਨੇ, ਦੇਖੋ ਦੋ ਆਪਣੇ ਐਰੋ ਹੈਡ ਲੱਗੇ ਹੋਏ ਨੇ। ਜੇ ਆਊਟਸਾਈਡ ਐਕਸਟੈਂਸ਼ਨ ਲਾਈਨਸ ਕਰ ਸਕਦੇ ਹੋ ਤੁਸੀਂ ਉੱਥੇ ਵੀ ਕਰ ਸਕਦੇ ਹੋ। ਜੇ ਆਪਣੀ ਜਗ੍ਹਾ ਘੱਟ ਹੈ ਡਾਇਮੈਂਸ਼ਨ ਨੂੰ ਬਾਹਰ ਵੀ ਲਿਖ ਸਕਦੇ ਹੋ। ਜੇ ਵਿਦ ਲੀਡਰ ਕਰਨੀ ਚਾਹੁੰਦੇ ਹੋ ਤੁਸੀਂ ਉਹ ਵੀ ਕਰ ਸਕਦੇ ਹੋ। ਲੀਡਰ ਤੁਹਾਨੂੰ ਐਂਗਲ ਦੱਸ ਚੁੱਕਿਆ, ਇਟ ਸ਼ੁੱਡ ਬੀ ਗ੍ਰੇਟਰ ਦੈਨ 30 ਡਿਗਰੀ ਔਰ ਇਕੁਅਲ ਟੂ 30 ਡਿਗਰੀ। ਬੱਚੇ ਫਿਰ ਆਪਣਾ ਆ ਜਾਂਦਾ ਐਂਗਲ ਕਿਵੇਂ ਸ਼ੋ ਕਰਨਾ। ਤੁਸੀਂ ਬਾਹਰ ਵਾਲੇ ਪਾਸੇ ਐਰੋ ਲਗਾ ਕੇ, ਠੀਕ ਹੈ, ਤੇ ਵਿਚਕਾਰ ਤੁਸੀਂ ਇੱਦਾਂ ਸ਼ੋ ਕਰ ਸਕਦੇ ਹੋ 25 ਡਿਗਰੀ। ਤੇ ਉਸ ਤੋਂ ਬਾਅਦ ਤੁਸੀਂ ਜੇ ਇਹੀ ਦੇ ਵਿੱਚ ਆਪਣਾ 25 ਡਿਗਰੀ ਨਹੀਂ ਲਿਖਿਆ ਜਾ ਰਿਹਾ, ਨੋਰਮਲੀ ਜਿਹੜੀ ਇਹਦੀ 25 ਜੇ ਲਿਖਿਆ, ਇਹਦੀ ਜਿਹੜੀ ਹਾਈਟ ਹੁੰਦੀ ਹੈ ਦੈਟ ਇਜ਼ 3 mm। ਨੋਰਮਲੀ ਜਿਹੜੀ ਹਾਈਟ ਯੂਜ਼ ਕਰਦੇ ਹਾਂ ਆਪਾਂ, ਆਹ ਜਿਹੜੀ ਲੈਟਰਿੰਗ ਦੀ ਜਿਹੜੀ ਹਾਈਟ ਆ, ਦਿਸ ਇਜ਼ ਨੋਰਮਲੀ 3 mm ਇਨ ਡਰਾਇੰਗਸ। ਇਹ ਯਾਦ ਰੱਖਿਓ ਸਟੂਡੈਂਟਸ। ਅੱਛਾ, ਉਸ ਤੋਂ ਬਾਅਦ ਆ ਜਾਂਦਾ ਜੇ ਆਪਣਾ 20 ਵਿੱਚ ਨਹੀਂ ਆ ਰਿਹਾ, ਦੈਟ ਇਜ਼ ਨਾਟ ਪੋਸੀਬਲ, ਤਾਂ 20 ਨੂੰ ਆਪਾਂ ਬਾਹਰ ਵਾਲੇ ਪਾਸੇ ਵੀ ਲਿਖ ਸਕਦੇ ਹਾਂ। ਜੇ ਆਪਣੀ ਡਰਾਇੰਗ ਬਹੁਤ ਜ਼ਿਆਦਾ ਕੰਜਸਟਡ ਹੋਈ ਹੈ ਤਾਂ ਆਪਾਂ ਵਿਦ ਲੀਡਰ ਵੀ ਸ਼ੋ ਕਰ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਤੁਹਾਨੂੰ ਡਾਇਮੈਂਸ਼ਨਿੰਗ ਦੀਆਂ ਟਾਈਪਸ ਦੱਸਾਂਗੇ ਕੁਛ। ਠੀਕ ਹੈ, ਫਿਰ ਬੱਚੇ ਆ ਜਾਂਦੀਆਂ ਡਾਇਮੈਂਸ਼ਨਿੰਗ ਦੀਆਂ ਟਾਈਪਸ। ਫਸਟ ਇਜ਼ ਚੇਨ ਜਾਂ ਕੰਟੀਨਿਊਸ ਡਾਇਮੈਂਸ਼ਨਿੰਗ। ਠੀਕ ਹੈ, ਚੇਨ ਡਾਇਮੈਂਸ਼ਨਿੰਗ 'ਚ ਕੀ ਹੁੰਦਾ, ਆਪਾਂ ਪੜ੍ਹ ਦਿੰਦੇ ਹਾਂ। ਕਹਿੰਦੇ all the dimensions are aligned in such a way that an arrowhead of one dimension touches tip to tip the arrowhead of the adjacent dimension। ਕਹਿੰਦੇ the overall dimension is placed outside the other smaller dimensions। ਕਹਿੰਦੇ ਜਿਹੜੀਆਂ ਲੈਂਥਾਂ ਦੇ ਵੱਡੀਆਂ ਨੇ ਉਹ ਆਪਾਂ ਬਾਹਰ ਵਾਲੇ ਪਾਸੇ ਰੱਖਣੀਆਂ ਨੇ। ਜਿਵੇਂ 55 ਤੇ ਸਭ ਤੋਂ ਲੰਬੀ ਲੈਂਥ ਹੈ ਉਹ ਆਪਾਂ ਬਾਹਰ ਵਾਲੇ ਪਾਸੇ ਰੱਖੀ ਹੈ, ਤੇ ਦੂਜੇ ਪਾਸੇ ਜਿਹੜੀਆਂ ਅੰਦਰਲੀਆਂ ਰੱਖਣੀਆਂ ਨੇ ਉਹ ਇੱਕੋ ਲਾਈਨ ਦੇ ਵਿੱਚ ਬਣਾਉਣੀਆਂ ਨੇ, ਤੇ ਉਹਦੇ ਐਰੋ ਨਾਲ ਐਰੋ ਟੱਚ ਕਰਨਾ ਚਾਹੀਦਾ। ਇੱਥੇ ਦੇਖ ਸਕਦੇ ਹੋ ਤੁਸੀਂ, ਉਹਦੇ ਐਰੋ ਨਾਲ ਐਰੋ ਇੱਥੇ ਟੱਚ ਕਰਨਾ ਚਾਹੀਦਾ। ਠੀਕ ਹੈ, ਉਹਦੇ ਐਰੋ ਨਾਲ ਐਰੋ ਇੱਥੇ ਟੱਚ ਕਰੂਗਾ। ਠੀਕ ਹੈ, ਆਹ ਕਿਹੜੀ ਆਪਣੀ ਟਾਈਪ ਆਫ ਡਾਇਮੈਂਸ਼ਨਿੰਗ ਆ, ਦਿਸ ਇਜ਼ ਨੋਨ ਐਜ਼ ਚੇਨ ਟਾਈਪ ਆਫ ਡਾਇਮੈਂਸ਼ਨਿੰਗ ਜਾਂ ਕੰਟੀਨਿਊਸ ਟਾਈਪ ਆਫ ਡਾਇਮੈਂਸ਼ਨਿੰਗ। ਅੱਛਾ ਬੱਚੇ, ਇਸ ਤੋਂ ਉਲਟ ਜਿਹੜੀ ਹੁੰਦੀ ਆ ਦੈਟ ਇਜ਼ ਨੋਨ ਐਜ਼ ਪੈਰਲਲ ਡਾਇਮੈਂਸ਼ਨਿੰਗ। ਤੁਹਾਨੂੰ ਫਰਕ ਪਤਾ ਲੱਗ ਜਾਏਗਾ। ਤੁਸੀਂ ਆਹ ਵੀ ਇਹਦੀ ਵੀ ਇੱਕ ਸ਼ੀਟ ਬਣਾ ਲਿਓ, ਜਿਹੜੀ ਸਿੰਗਲ ਸ਼ੀਟ ਬਣਨੀ ਉਹਦੇ ਵਿੱਚ ਇਹੋ ਜਿਹੇ ਫਿਗਰ ਜ਼ਰੂਰ ਬਣਾਇਓ। ਨੈਕਸਟ ਆਪਣੀ ਆ ਜਾਂਦੀ ਆ ਪੈਰਲਲ, ਜਿਹਨੂੰ ਆਪਾਂ ਕਹਿੰਦੇ ਆ ਪੈਰਲਲ ਡਾਇਮੈਂਸ਼ਨਿੰਗ ਜਿਹੜੀ ਆਪਣੀ, ਉਹਦੇ ਬਾਰੇ ਦੱਸਦੇ ਹਾਂ ਤੁਹਾਨੂੰ। ਕਹਿੰਦੇ all the dimensions are shown from a common reference line। Obviously all these dimensions share a common extension line। This method is adopted when dimensions have to be established from a particular datum surface। ਜਦੋਂ ਕਹਿੰਦੇ ਇੱਕੋ ਲਾਈਨ ਦੇ ਡੈਟਮ ਸਰਫੇਸ ਤੇ ਰੈਫਰੈਂਸ ਦੇ ਨਾਲ ਆਪਾਂ ਡਾਇਮੈਂਸ਼ਨ ਖਿੱਚੀ ਜਾਈਏ
ਉਹ ਕਿਹੜੀ ਡਾਇਮੈਂਸ਼ਨ कहलाउंदी है, that is known as parallel dimensioning। ठीक है। नेक्स्ट अपना आ जाता स्मॉलर dimensions should always be placed nearer the view, the next small dimension should be placed next and so on। ਕਹਿੰਦੇ ਆ ਦੇਖੋ ਬੱਚੇ ਇਹਦੇ ਚ ਬੇਸਿਕਲੀ ਕੀਤਾ ਕੀ ਹੋਇਆ, ਆਪਾਂ ਤੁਹਾਨੂੰ ਦੱਸ ਦਿੰਦੇ ਆ। ਆਪਾਂ ਇਹਦੇ ਵਿੱਚ ਐਰੋ ਨਾਲ ਐਰੋ ਨਹੀਂ ਜੋੜਿਆ, ਇੱਕ ਆਪਾਂ ਐਕਸਟੈਂਸ਼ਨ ਲਾਈਨ ਲਗਾਈ ਹੈ। ਠੀਕ ਹੈ। ਹੁਣ ਜਿਹੜੀ ਇਹ ਡਾਇਮੈਂਸ਼ਨ ਲਾਗੇ ਲਾਗੇ ਆਉਂਦੀ ਹੈ, ਠੀਕ ਹੈ, ਐਕਸਟੈਂਸ਼ਨ ਲਾਈਨ 'ਚ ਪਹਿਲੀ ਗੱਲ ਤਾਂ ਤੁਸੀਂ ਇੱਕ ਲਗਾ ਲਈ, ਉਹਦੇ ਨਾਲ ਤੁਹਾਨੂੰ ਹੋਰ ਲਗਾਉਣੀਆਂ ਪੈਣੀਆਂ ਨੇ ਇੱਥੇ। ਠੀਕ ਹੈ। ਜਿੱਥੇ ਜਿੱਥੇ ਇਹ ਮੀਟ ਕਰੇਗੀ ਇਹ ਲਾਈਨ, ਠੀਕ ਹੈ, ਉੱਥੇ ਉੱਥੇ ਆਪਾਂ ਡਾਇਮੈਂਸ਼ਨ ਲਿਖੀ ਜਾਣੀ ਹੈ। ਇੱਕੋ ਪੁਆਇੰਟ ਤੋਂ ਇੱਕੋ ਹੀ ਡੈਟਮ ਸਰਫੇਸ ਤੋਂ ਆਪਾਂ ਹਮੇਸ਼ਾ ਡਾਇਮੈਂਸ਼ਨ ਚੱਕਦੇ ਹਾਂ, ਇਹ ਯਾਦ ਰੱਖਿਓ। ਤੇ ਕਈ ਵਾਰ ਕੀ ਹੋ ਜਾਂਦਾ, ਆਪਾਂ ਨੂੰ ਕਈ ਵਾਰ ਕੰਬੀਨੇਸ਼ਨ ਵੀ ਦੋਵਾਂ ਦਾ ਬਣਾਉਣਾ ਪੈਂਦਾ, ਉਹ ਵੀ ਤੁਹਾਨੂੰ ਦੱਸਦੇ ਹਾਂ। ਕੰਬਾਈਨਡ ਡਾਇਮੈਂਸ਼ਨਿੰਗ ਕਹਿੰਦੇ ਵੈਨ ਬੋਥ ਦਾ ਮੈਥਡ ਦੈਟ ਇਜ਼ ਚੇਨ ਡਾਇਮੈਂਸ਼ਨਿੰਗ ਐਂਡ ਪੈਰਲਲ ਡਾਇਮੈਂਸ਼ਨਿੰਗ ਆਰ ਯੂਜ਼ਡ ਔਨ ਦਾ ਸੇਮ ਡਰਾਇੰਗ, ਦਾ ਮੈਥਡ ਆਫ ਡਾਇਮੈਂਸ਼ਨਿੰਗ ਇਜ਼ ਕਾਲਡ ਕੰਬਾਈਨਡ ਡਾਇਮੈਂਸ਼ਨਿੰਗ। ਕਹਿੰਦੇ ਜਦੋਂ ਦੋਵੇਂ ਚੀਜ਼ਾਂ ਆਪਾਂ ਯੂਜ਼ ਕਰਦੇ ਹਾਂ ਤਾਂ ਉਹਨੂੰ ਕੀ ਕਹਿੰਦੇ ਆਪਾਂ, ਕੰਬਾਈਨਡ ਡਾਇਮੈਂਸ਼ਨਿੰਗ। ਦੇਖੋ ਇਹਦੇ ਵਿੱਚ ਐਰੋ ਐਰੋ ਲੱਗ ਰਿਹਾ, ਦਿਸ ਇਜ਼ ਨੋਨ ਐਜ਼ ਚੇਨ। ਜੇ ਬਾਹਰਲੇ ਡੈਟਮ ਤੋਂ ਆਪਾਂ ਡਾਇਮੈਂਸ਼ਨਾਂ ਖਿੱਚੀ ਜਾਂਦੇ ਹਾਂ ਤਾਂ ਉਹਨੂੰ ਕੀ ਕਹਿੰਦੇ ਆਪਾਂ, ਪੈਰਲਲ। ਠੀਕ ਹੈ। ਪੈਰਲਲ ਇੱਥੇ ਕਿੱਥੇ ਸ਼ੋ ਹੋ ਰਹੀ ਹੈ ਬੱਚੇ, ਪੈਰਲਲ ਇੱਥੇ ਆਹ ਜਿਹੜੀ ਜਗ੍ਹਾ ਤੇ ਆਪਾਂ ਸ਼ੋ ਕਰ ਰਹੇ ਹਾਂ, ਇੱਕੋ ਲਾਈਨ ਤੋਂ ਆਪਾਂ ਦੋ ਚੀਜ਼ਾਂ ਖਿੱਚੀਆਂ ਹੋਈਆਂ ਨੇ। ਠੀਕ ਹੈ। ਨੈਕਸਟ ਆਪਣਾ ਆ ਜਾਂਦਾ ਬਈ ਹੋਲਸ ਨੂੰ ਕਿਵੇਂ ਆਪਾਂ ਡਿਫਾਈਨ ਕਰਨਾ, ਜਿਹੜੇ ਆਪਣੇ ਸਰਕੂਲਰ ਹੋਲਸ ਨੇ ਉਹਨਾਂ ਨੂੰ ਕਿਵੇਂ ਡਿਫਾਈਨ ਕਰਦੇ ਹਾਂ ਆਪਾਂ। ਬੱਚੇ ਆਹ ਦੇਖ ਸਕਦੇ, ਪਹਿਲੀ ਗੱਲ ਤਾਂ ਹੋਲ ਕੀ ਇੱਕ ਮੋਰੀ ਹੈ ਜਾਂ ਮੋਰਾ, ਜੋ ਵੀ ਡਿਪੈਂਡਿੰਗ ਅਪੋਨ ਵੀ ਕਿੰਨੀ ਉਹਦੀ ਚੌੜਾਈ ਹੈ। ਠੀਕ ਹੈ। ਇਹ 'ਚ ਕੀ ਹੈ, ਕਹਿੰਦੇ ਇਹ ਹੋਲ ਇਜ਼ ਯੂਜ਼ਲੀ ਡਾਇਮੈਂਸ਼ਨਡ ਬਾਈ ਗਿਵਿੰਗ ਇਟਸ ਡਾਇਆਮੀਟਰ ਇੰਸਟੈਡ ਆਫ ਰੇਡੀਅਸ। ਕਹਿੰਦੇ ਜਿਹੜਾ ਹੋਲ ਹੈ ਉਹਨੂੰ ਹਮੇਸ਼ਾ ਆਪਾਂ ਡਾਇਆਮੀਟਰ ਦੇ ਨਾਲ ਉਹਨੂੰ ਡੋਨੇਟ ਕਰਨਾ ਹੈ। The dimension indicating a diameter should always be preceded by the symbol phi। phi ਦਾ ਜਿਹੜਾ ਸਿੰਬਲ ਹੁੰਦਾ ਆਪਾਂ ਇਹਦੇ ਨਾਲ ਇਹਨੂੰ ਡੋਨੇਟ ਕਰਦੇ ਹਾਂ। ਕਹਿੰਦੇ they should be dimensioned in the view in which they appear as circles। ਕਹਿੰਦੇ ਇਹਨਾਂ ਨੂੰ ਸਰਕਲ ਦੇ ਵਿੱਚ ਡਾਇਮੈਂਸ਼ਨ ਕਰ ਸਕਦੇ ਹਾਂ। ਠੀਕ ਹੈ। ਹੁਣ ਤੁਸੀਂ ਦੇਖ ਸਕਦੇ ਹੋ ਵੀ ਆਪਣੇ ਤਿੰਨ ਤਰੀਕੇ ਨੇ ਇਹਨੂੰ ਡਾਇਮੈਂਸ਼ਨ ਕਰਨ ਦੇ। ਅੱਛਾ ਆਹ ਦੇਖੋ, ਜੇ ਤਾਂ ਆਪਣਾ ਸਰਕਲ ਵੱਡਾ ਉਹਦੇ ਵਿੱਚ ਡਾਇਮੈਂਸ਼ਨਿੰਗ ਹੋ ਸਕਦੀ ਹੈ ਤਾਂ ਦੋਵੇਂ ਪਾਸੇ ਐਰੋ ਹੈਡ ਲਾ ਕੇ ਆਪਾਂ ਇਹਨੂੰ ਵਿਚਕਾਰ ਇਹਦੇ ਸੈਂਟਰ 'ਚ ਲਿਖ ਸਕਦੇ ਹਾਂ, ਫਾਈ ਇਜ਼ 40। ਠੀਕ ਹੈ। ਇਹਦੇ ਨਾਲ ਤੁਸੀਂ ਕੁਛ ਨਹੀਂ ਲਿਖਣਾ ਸਪੈਸ਼ਲ ਬਈ। ਅੱਛਾ ਬੱਚੇ ਨੈਕਸਟ ਆਪਣਾ ਆ ਜਾਂਦਾ, ਜੇ ਆਪਣੇ ਵਿੱਚ ਜਗ੍ਹਾ ਨਹੀਂ ਹੈਗੀ, ਠੀਕ ਹੈ, ਜੇ ਆਪਣੇ ਸਰਕਲ ਦਾ ਡਾਇਆਮੀਟਰ ਛੋਟਾ ਵਾ ਤਾਂ ਆਪਾਂ ਕੀ ਕਰਨਾ, ਵਿਚਕਾਰ ਉਹੀ ਲਾਈਨ ਲਗਾ ਕੇ ਇਹਨੂੰ ਬਾਹਰ ਐਜ਼ ਏ ਲੀਡਰ ਸ਼ੋ ਕਰਕੇ ਆਪਾਂ ਨੂੰ ਬਾਹਰ ਸ਼ੋ ਕਰ ਸਕਦੇ ਹਾਂ, ਡਾਇਆਮੀਟਰ ਇਜ਼ 20 mm। ਅੱਛਾ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਸੀਗਾ ਵੀ ਨਾਲ mm ਆਪਾਂ ਹਰੇਕ ਦੇ ਨਾਲ ਨਹੀਂ ਲਿਖਣਾ। ਰੀਜ਼ਨ ਉਹਦਾ ਇਹੀ ਹੈ ਵੀ ਆਪਾਂ ਡਰਾਇੰਗ ਦੇ ਬਿਲਕੁਲ ਰਾਈਟ ਬਾਟਮ ਸਾਈਡ ਤੇ ਆਪਾਂ ਲਿਖ ਦਾਂਗੇ ਆਲ ਡਾਇਮੈਂਸ਼ਨਸ ਆਰ ਇਨ mm। ਸੋ ਆਪਾਂ ਨੂੰ ਹਰੇਕ ਦੇ ਨਾਲ ਯੂਨਿਟ ਲਿਖਣ ਦੀ ਲੋੜ ਨਹੀਂ ਹੈਗੀ। ਠੀਕ ਹੈ। ਜੇ ਆਪਣਾ ਸਰਕਲ ਦਾ ਸਟੂਡੈਂਟਸ ਜਿਹੜਾ ਹੋਲ ਹੈ, ਜੇ ਆਪਣਾ ਹੋਲ ਦਾ ਡਾਇਆਮੀਟਰ ਜ਼ਿਆਦਾ ਛੋਟਾ ਹੈ, ਠੀਕ ਹੈ, ਲੈਟ ਇਟ ਬੀ 15 ਹੈ, ਉਹਨੂੰ ਵੀ ਆਪਾਂ ਇਸ ਤਰ੍ਹਾਂ ਨਾਲ ਵੀ ਸ਼ੋ ਕਰ ਸਕਦੇ ਹਾਂ। ਪਰ ਕਦੀ ਵੀ ਤੁਸੀਂ ਬਾਹਰ ਵਾਲੇ ਪਾਸੇ ਨਹੀਂ ਸ਼ੋ ਕਰਨਾ, ਇਹਨੂੰ ਬਾਹਰ ਵਾਲੇ ਪਾਸੇ ਸ਼ੋ ਨਹੀਂ ਕਰਨਾ ਵੀ ਆਪਾਂ ਵਿੱਚ ਜੇ ਇਹਨੂੰ ਨਾ ਡਿਫਾਈਨ ਕਰੀਏ ਤੇ ਇਹਨੂੰ ਬਾਹਰ ਵਾਲੇ ਪਾਸੇ ਕਰ ਲਈ ਤਾਂ ਇਹ ਤੁਹਾਡਾ ਗਲਤ ਇੰਪਰੈਸ਼ਨ ਚਲੇ ਜਾਂਦਾ, ਤੁਹਾਡੇ ਨੰਬਰ ਕੱਟੇ ਜਾ ਸਕਦੇ ਨੇ। ਸੋ ਨੈਕਸਟ ਇਜ਼ ਸਿਲੰਡਰੀਕਲ ਡਾਇਮੈਂਸ਼ਨਸ ਆਪਾਂ ਕਿਵੇਂ ਕਰਨੀਆਂ ਨੇ। ਸਿਲੰਡਰੀਕਲ ਫੀਚਰ ਸ਼ੁੱਡ ਬੀ ਡਾਇਮੈਂਸ਼ਨਡ ਬਾਈ ਗਿਵਿੰਗ ਦੇਅਰ ਡਾਇਆਮੀਟਰਸ। ਠੀਕ ਹੈ। ਕਹਿੰਦੇ ਕੋਈ ਤੁਹਾਡਾ ਇਹ ਜਿਹੜਾ ਸਿਲੰਡਰ ਆ ਇਹਨੂੰ ਆਪਾਂ ਕਿਵੇਂ ਕਰ ਸਕਦੇ ਹਾਂ, ਡਾਇਆਮੀਟਰ ਦੇ ਨਾਲ ਡਿਫਾਈਨ ਕਰਦੇ ਹਾਂ। ਡਾਇਆਮੀਟਰ ਦੇ ਲੈਂਥ ਜਿਹੜੀ ਬੇਸਿਕਲੀ ਹੁੰਦੀ ਹੈ, ਕਹਿੰਦੇ ਦੇ ਸ਼ੁੱਡ ਬੀ ਡਾਇਮੈਂਸ਼ਨਡ ਇਨ ਦਾ ਵਿਊਜ਼ ਇਨ ਵਿਚ ਦੇ ਅਪੀਅਰ ਐਜ਼ ਰੈਕਟੈਂਗਲਸ। ਦੇਖੋ ਜਿਹੜਾ ਆਪਾਂ ਸਿਲੰਡਰ ਸ਼ੋ ਕਰ ਰਹੇ ਹਾਂ ਇਹਨੂੰ ਇਹਨਾਂ ਨੇ ਇਸ ਹਿਸਾਬ ਦੇ ਨਾਲ ਸ਼ੋ ਕੀਤਾ ਹੋਇਆ, ਡਾਇਆਮੀਟਰ ਦੇ ਨਾਲ ਇੱਦਾਂ ਆਪਾਂ ਸ਼ੋ ਕਰਨਾ।
ਕਹਿੰਦੇ ਜਿਹੜਾ ਸਿਲੰਡਰ ਆ ਉਹਨੂੰ ਆਊਟਰ ਡਾਇਮੈਂਸ਼ਨਸ ਆਪਾਂ is also circular, can be hollow or solid। ਠੀਕ ਹੈ, ਤੁਸੀਂ ਦੇਖ ਸਕਦੇ ਹੋ ਆਪਾਂ ਬੇਸਿਕਲੀ ਆਪਾਂ ਇਸ ਹਿਸਾਬ ਨਾਲ ਕਰਨਾ ਜਿਹੜੀ ਅੰਦਰ ਵਾਲੇ ਪਾਸੇ ਸਭ ਤੋਂ ਛੋਟਾ ਡਾਇਆਮੀਟਰ ਹੈ ਤੇ ਜਿਵੇਂ ਜਿਵੇਂ ਬਾਹਰ ਵਾਲੇ ਪਾਸੇ ਆਵਾਂਗੇ ਉਵੇਂ ਹੀ ਡਾਇਆਮੀਟਰ ਵਧੀ ਜਾਂਦਾ, ਉਸ ਹਿਸਾਬ ਨਾਲ ਆਪਾਂ ਡਿਫਾਈਨ ਕਰਾਂਗੇ ਤੇ ਕੋਸ਼ਿਸ਼ ਕਰਨੀ ਹੈ ਵੀ ਥੱਲੇ ਵਾਲੇ ਪਾਸੇ ਆਪਾਂ ਪੈਰਲਲ ਡਾਇਮੈਂਸ਼ਨਿੰਗ ਕਰ ਲਈਏ। ਠੀਕ ਹੈ, ਜਿਹੜਾ ਨੈਕਸਟ ਬੱਚੇ ਆ ਜਾਂਦਾ ਨੰਬਰ ਆਫ ਹੋਲਸ। ਜੇ ਆਪਣੇ ਹੋਲਸ ਬੇਸਿਕਲੀ ਇੱਕ ਫੰਡਾ ਜਿਹਾ ਹੀ ਹੈ ਇਹ, ਕਹਿੰਦੇ ਜੇ ਨੰਬਰ ਆਫ ਹੋਲਸ ਦੇ ਜੇ ਸਾਈਜ਼ ਸੇਮ ਹੋਣ, ਠੀਕ ਹੈ, ਕਹਿੰਦੇ ਵੈਨ ਮੋਰ ਦੈਨ ਵਨ ਹੋਲ ਆਫ ਦੀ ਸੇਮ ਸਾਈਜ਼ ਫਾਰਮਸ ਏ ਪੈਟਰਨ ਇਟ ਇਜ਼ ਨੋਟ ਨੈਸੈਸਰੀ ਟੂ ਡਾਇਮੈਂਸ਼ਨ ਈਚ ਵਨ। ਕਹਿੰਦੇ ਜੇ ਤੁਹਾਡਾ ਹੋਲ ਇੱਕੋ ਹੀ ਡਾਇਆਮੀਟਰ ਦਾ ਆ ਤੁਸੀਂ ਇੱਕੋ ਵਾਰੀ ਹੀ ਉਹਨੂੰ ਸਪੈਸੀਫਾਈ ਕਰ ਦਿਓ, ਦੈਟਸ ਸਪੈਸੀਫਿਕ। ਕਹਿੰਦੇ ਵਨ ਹੋਲ ਇਜ਼ ਡਾਇਮੈਂਸ਼ਨਡ ਐਂਡ ਏ ਨੋਟ ਸਪੈਸੀਫਾਈਜ਼ ਦਾ ਟੋਟਲ ਨੰਬਰ ਆਫ ਹੋਲਸ ਵਿਦ ਦੈਟ ਡਾਇਮੈਂਸ਼ਨ। ਹੁਣ ਆਪਾਂ ਦੇਖ ਸਕਦੇ ਹਾਂ ਜੇ ਆਪਾਂ ਦੇਖੋ ਜਿੱਥੇ ਆਪਣੇ ਡਾਇਮੈਂਸ਼ਨਿੰਗ ਨਹੀਂ ਕਰਨ ਦੀ ਲੋੜ, ਜੇ ਕਿਤੇ ਬਿਨਾਂ ਸਰ ਜਾਂਦਾ ਉਹਦੇ ਵਿੱਚ ਰੀਸ ਨਹੀਂ ਹੁੰਦੀ, ਇੱਕ ਤਾਂ ਆਪਣਾ ਟਾਈਮ ਸੇਵ ਹੋ ਜਾਂਦਾ, ਦੂਜਾ ਆਪਣਾ ਡਰਾਇੰਗ ਤੇ ਜ਼ਿਆਦਾ ਗਾਹ ਜਿਹਾ ਨਹੀਂ ਪੈਂਦਾ। ਠੀਕ ਹੈ, ਜੇ ਆਪਾਂ ਸਾਰੇ ਪਾਸੇ ਇੱਦਾਂ ਡਿਫਾਈਨ ਕਰਨ ਲੱਗ ਪੈਂਦੇ ਤਾਂ ਇਹ ਡਾਇਮੈਂਸ਼ਨਿੰਗ ਦੇਖਣ ਨੂੰ ਗਲਤ ਲੱਗਣੀ ਸੀ। ਸੋ ਆਪਾਂ ਕੀ ਕੀਤਾ, ਸਭ ਤੋਂ ਪਹਿਲੇ ਨੂੰ ਹੀ ਆਪਾਂ ਡਿਫਾਈਨ ਕਰਤਾ ਦੇਰ ਆਰ 3 ਹੋਲਸ ਆਫ ਡਾਇਆਮੀਟਰ 20 mm। ਠੀਕ ਹੈ, ਆਪਾਂ ਨੋਟ ਦੇ ਦਿੱਤਾ ਨਾਲ ਇੱਕੋ ਦੇ ਨਾਲ ਹੀ, ਕਿੱਥੇ ਆਪਾਂ ਇੱਕ ਦੇ ਨਾਲ ਲਿਖਣਾ ਸੀ ਇੱਥੇ ਦੇ ਵਿੱਚ ਡਿਫਾਈਨ ਕਰਕੇ ਲਿਖ ਦੇਣਾ ਸੀ ਵੀ ਸਿਰਫ 20 mm ਮੇਰਾ ਡਾਇਆਮੀਟਰ ਆ, 5 is 20 ਆਪਾਂ ਇੱਦਾਂ ਡਿਫਾਈਨ ਕਰ ਦੇਣਾ ਸੀ। ਪਰ ਹੁਣ ਆਪਣੇ ਕੋਲ 3 ਹੋਲ ਨੇ ਤਾਂ ਆਪਾਂ ਇੱਦਾਂ ਡਿਫਾਈਨ ਕਰ ਦਾਂਗੇ 3 ਹੋਲਸ ਆਫ 20 mm ਡਾਇਆਮੀਟਰ। ਬੱਚੇ ਨੈਕਸਟ ਆਪਣਾ ਆ ਜਾਂਦਾ ਜੇ ਆਪਣੀਆਂ ਆਰਕਸ ਹੋਣ, ਕਹਿੰਦੇ ਐਨ ਆਰਕ ਇਜ਼ ਯੂਜ਼ਲੀ ਡਾਇਮੈਂਸ਼ਨ ਬਾਈ ਗਿਵਿੰਗ ਇਟਸ ਰੇਡੀਅਸ। ਕੋਈ ਵੀ ਆਰਕ ਆ ਬੱਚੇ ਉਹਦਾ ਰੇਡੀਅਸ ਹੁੰਦਾ, the dimension indicating radius should be preceded by symbol r। ਕੋਈ ਵੀ ਦੇਖੋ ਜਿਹੜੀ ਚੀਜ਼ ਦਾ ਰੇਡੀਅਸ ਆ ਉਹਨੂੰ ਆਪਾਂ r ਦੇ ਨਾਲ ਡਿਨੋਟ ਕਰਨਾ, r should be capital R and the r can be placed after the dimension also। ਤੁਸੀਂ ਡਾਇਮੈਂਸ਼ਨ ਤੋਂ ਬਾਹਰ ਵੀ ਕਰ ਸਕਦੇ ਹੋ। the position of center of arc is denoted by a plus। ਕਹਿੰਦੇ ਜਿੱਥੋਂ ਤੁਸੀਂ ਡਿਫਾਈਨ ਕੀਤਾ, ਜਿੱਥੋਂ ਆਰਕ ਬਣਾਈ ਹੈ ਉਹਨੂੰ ਆਪਾਂ ਪਲੱਸ ਨਾਲ ਡਿਨੋਟ ਕਰਕੇ ਆਪਾਂ ਇੱਦਾਂ ਇਹਨੂੰ ਡਾਇਮੈਂਸ਼ਨ ਕਰ ਸਕਦੇ ਹਾਂ। ਡਿਪੈਂਡਿੰਗ ਅਪੋਨ ਅਵੇਲੇਬਿਲਿਟੀ ਆਫ ਬੱਚੇ ਉਹ ਸਪੇਸ ਆਪਾਂ ਆਪਣੇ ਹਿਸਾਬ ਨਾਲ ਵੀ ਇਹਨੂੰ ਡਿਫਾਈਨ ਕਰ ਸਕਦੇ। ਜੇ ਆਪਣੇ ਕੋਲ ਸਪੇਸ ਵੱਧ ਆਪਾਂ ਅੰਦਰ ਲਿਖ ਸਕਦੇ ਹਾਂ, ਵੈਸੇ ਕੋਸ਼ਿਸ਼ ਕਰੀ ਦੀ ਆ ਬਾਹਰ ਵਾਲੇ ਪਾਸੇ ਲਿਖੋ, ਨਹੀਂ ਤਾਂ ਲੀਡਰ ਦੇ ਨਾਲ ਵੀ ਸ਼ੋਅ ਕਰ ਸਕਦੇ ਹਾਂ ਆਪਾਂ। ਠੀਕ ਹੈ, ਤੇ ਇੱਕ ਤੁਹਾਨੂੰ ਹੋਰ ਗੱਲ ਦੱਸੀ ਸੀ ਦਾ ਆਰ ਕੈਨ ਬੀ ਪਲੇਸਡ ਆਫਟਰ ਦੀ ਡਾਇਮੈਂਸ਼ਨ ਆਲਸੋ। ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਇਹਦੀ, ਦੋਵੇਂ ਪਾਸੇ ਤੁਹਾਡਾ ਸਿਸਟਮ ਚੱਲ ਸਕਦਾ। ਅੱਛਾ, ਜੇ ਆਪਣਾ ਨੈਕਸਟ ਆਪਣਾ ਆ ਜੇ ਸਫੈਰੀਕਲ ਫਿਗਰਸ ਆ ਜਾਣ। ਠੀਕ ਹੈ, ਜੇ ਆਪਣੇ ਫਿਗਰ ਸਫੈਰੀਕਲ ਆ ਗਈਆਂ ਉਸ ਕੇਸ ਆਪਾਂ ਕੀ ਕਰਾਂਗੇ, ਕਹਿੰਦੇ ਦਾ ਸਫੈਰੀਕਲ ਫਿਗਰਸ ਮੇ ਬੀ ਡਾਇਮੈਂਸ਼ਨਡ ਬਾਈ ਗਿਵਿੰਗ ਈਦਰ ਦਾ ਰੇਡੀਅਸ ਔਰ ਡਾਇਆਮੀਟਰ ਆਫ ਦੀ ਸਫੇਅਰ। ਕਹਿੰਦੇ ਦਾ ਸਿੰਬਲ SR ਔਰ S5 ਮਸਟ precede the dimensions for radius or diameter respectively। ਤੁਸੀਂ ਬੱਚੇ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਇੱਦਾਂ ਵੀ ਇਹਨੂੰ ਡਿਫਾਈਨ ਕਰ ਸਕਦੇ ਹਾਂ ਜਿਹੜੇ ਸਫੈਰੀਕਲ ਫੀਚਰਸ ਆ। ਠੀਕ ਹੈ, ਹੁਣ ਜਿਵੇਂ ਇੱਕ ਤਰ੍ਹਾਂ ਹਾਰਸ ਸ਼ੂ ਦੀ ਟਾਈਪ ਦੀ ਇਹ ਫਿਗਰ ਸੈਂਟਰ ਵਾਲੀ, ਆਪਾਂ ਉੱਤੇ ਦੇਖੋ ਸਫੈਰੀਕਲ ਆ। ਠੀਕ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਾਂਗੇ, S5 ਜਿੰਨਾ ਇਹਦਾ ਡਾਇਆਮੀਟਰ ਆ ਤੇ 50 ਜਾਂ 50 ਨਾਲ ਡਿਫਾਈਨ ਕਰ ਦਾਂਗੇ। ਨਾਲ ਦੀਆਂ ਫਿਗਰ ਤੁਸੀਂ ਦੇਖ ਸਕਦੇ ਹੋ, ਫॉर ਰੈਫਰੈਂਸ ਤੁਸੀਂ ਯੂਜ਼ ਕਰ ਸਕਦੇ ਹੋ। ਠੀਕ ਹੈ ਬੱਚੇ, ਨੈਕਸਟ ਆਪਣਾ ਆ ਜਾਂਦਾ ਡਾਇਮੈਂਸ਼ਨਿੰਗ ਆਫ ਸਕੇਅਰ। ਨੈਕਸਟ ਆਪਣਾ ਡਾਇਮੈਂਸ਼ਨਿੰਗ ਆਫ ਸਕੇਅਰ। ਕਹਿੰਦੇ ਜਦੋਂ ਸਕੇਅਰ ਵਾਲੀ ਫਿਗਰ ਹੋਵੇ, ਐਗਜ਼ਾਮਪਲ ਏ ਰੋਡ ਆਫ ਸਕੇਅਰ ਕ੍ਰਾਸ ਸੈਕਸ਼ਨ ਆਰ ਡਾਇਮੈਂਸ਼ਨਡ ਯੂਜ਼ਿੰਗ ਸਿੰਬਲ, ਜਾਂ ਤਾਂ ਸਿੰਬਲ ਉਹਦਾ ਸਕੇਅਰ ਜਿਹਾ ਬਣਾ ਦਿਓ, ਜਾਂ ਤਾਂ ਉਹਦਾ ਸਕੇਅਰ ਜਿਹਾ ਸਿੰਬਲ ਬਣਾ ਦਿਓ, ਜਾਂ ਇਹਨੂੰ SQ ਦੇ ਨਾਲ ਡੋਨੇਟ ਕਰ ਦਿਓ। ਠੀਕ ਹੈ, ਦੋਵੇਂ ਚੀਜ਼ਾਂ ਤੁਹਾਨੂੰ ਸ਼ੋਅ ਕੀਤੀਆਂ ਹੋਈਆਂ ਨੇ, ਜਾਂ ਤਾਂ ਤੁਸੀਂ ਸਫੇਅਰ ਬਣਾ ਦਿਓ ਨਾਲ ਇਹਦੇ, ਜਾਂ SQ ਦੇ ਨਾਲ ਡੋਨੇਟ ਕਰ ਦਿਓ। ਠੀਕ ਹੈ, ਇਹ ਸਾਰੀਆਂ ਤੁਹਾਡੀਆਂ ਚੱਲ ਸਕਦੀਆਂ ਨੇ। ਨੈਕਸਟ ਆਪਣਾ ਆ ਜਾਂਦਾ ਡਾਇਮੈਂਸ਼ਨਿੰਗ ਕੋਨਿਕਲ ਫੀਚਰਸ। ਕਹਿੰਦਾ ਜਿੱਥੇ ਕੋਨਿਕਲ ਫੀਚਰ ਆ ਤੁਸੀਂ ਇਹਨਾਂ ਨੂੰ ਇਸ ਹਿਸਾਬ ਨਾਲ ਕਰਨਾ ਆ, ਦੋਨੇ ਪਾਸੇ ਤੁਸੀਂ ਇਹ ਡਾਇਆਮੀਟਰ ਲਿਖ ਦੇਣਾ। ਠੀਕ ਹੈ, ਤੇ ਵਿੱਚ ਇਹਦੀ ਲੈਂਥ ਲਿਖ ਦੇਣੀ ਹੈ।
ठीक है। जे यह टेपर है तुसी यू कैन आल्सो शो बाय ए लीडर भी ਇਹਦਾ ਟੇਪਰ ਕਿੰਨਾ ਹੈ। ठीक है। कभी भी डायमेंशन ਦੇ ਨਾਲ ਤੁਸੀਂ ਐ ਨਹੀਂ ਲਿਖਣਾ ਬਈ ਜਿਵੇਂ ਕਈ ਆਪਣੇ ਫੀਚਰਸ ਹੁੰਦੀਆਂ ਨੇ 0.2 ਲਿਖਣਾ, ਕਦੀ ਵੀ 0.2 ਨਹੀਂ ਲਿਖਣਾ। ਇਹ ਯਾਦ ਰੱਖਿਓ ਕੋਈ ਵੀ ਚੀਜ਼ ਹੈ ਜਿਵੇਂ ਪੁਆਇੰਟ ਤੋਂ ਪਹਿਲਾਂ ਆਪਾਂ 0 ਹਮੇਸ਼ਾ ਲਾਉਣੀ ਹੀ ਲਾਉਣੀ ਹੈ। ਜਿਵੇਂ 0.8 mm ਲਿਖਣਾ ਆ ਤਾਂ 0.8 ਲਿਖਣਾ ਹੀ ਲਿਖਣਾ ਆਪਾਂ 0.8 0 ਇਜ਼ ਮਸਟ ਵਿਦ ਦਾ ਡੈਸੀਮਲ। ਠੀਕ ਹੈ। ਤੁਸੀਂ ਇਸ ਹਿਸਾਬ ਨਾਲ ਵੀ ਡਿਫਾਈਨ ਕਰ ਸਕਦੇ ਹੋ। ਜੇ ਵਿੱਚ ਐਂਗਲ ਬਣਿਆ ਹੈ ਤੁਸੀਂ ਐਂਗਲ ਦੇ ਵਿੱਚ ਦਿਖਾ ਕੇ ਉੱਦਾਂ ਵੀ ਆਪਾਂ ਕਰ ਸਕਦੇ ਹਾਂ। ਦੋਵੇਂ ਆਪਣੇ ਤਰੀਕੇ ਜਾਇਜ਼ ਨੇ। ਠੀਕ ਹੈ। ਨੈਕਸਟ ਆਪਣੇ ਆ ਜਾਂਦੇ ਆ ਡਾਇਮੈਂਸ਼ਨਿੰਗ ਆਫ ਫਲੈਟ ਟੇਪਰ ਫੀਚਰਸ। ਕਹਿੰਦੇ ਟੇਪਰ ਫੀਚਰਸ ਆ ਉਹਨਾਂ ਨੂੰ ਆਪਾਂ ਕਿਵੇਂ ਡਿਫਾਈਨ ਕਰਨੀ ਹੈ। ਜਿਵੇਂ ਕੋਈ ਕੀ ਹੋ ਗਈ। ਠੀਕ ਹੈ। ਕੀ ਇੱਕ ਆਪਾਂ ਐਲੀਮੈਂਟ ਹੁੰਦਾ ਮਕੈਨੀਕਲ ਦਾ ਤੁਹਾਨੂੰ ਦੱਸਾਂਗੇ ਬਾਅਦ 'ਚ। ਕਹਿੰਦੇ ਜਿਵੇਂ ਹੁਣ ਟੇਪਰ ਦੀ ਚੀਜ਼ ਆ ਜਿਵੇਂ ਇਹਦੀ ਵਿਡਥ ਆ ਘਟ ਜਾਂਦੀ ਆ ਟੇਪਰ ਆਪਾਂ ਸ਼ੋਅ ਕਰ ਦਾਂਗੇ 1/4। ਕਹਿੰਦੇ ਗਿਵਿੰਗ ਦਾ ਹਾਈਟ ਆਫ ਵਨ ਸਾਈਡ ਇੱਕ ਦੀ ਹਾਈਟ ਸ਼ੋਅ ਕਰ ਦਿਓ ਡਿਸਟੈਂਸ ਬਿਟਵੀਨ ਫਲੈਟ ਐਂਡਸ ਐਂਡ ਟੇਪਰ ਸਲੋਪ ਯੂਜ਼ਿੰਗ ਏ ਫਲੈਟ ਟੇਪਰ ਸਿੰਬਲ। ਤੁਸੀਂ ਆਹ ਇਹਦਾ ਟੇਪਰ ਦਾ ਸਿੰਬਲ ਯੂਜ਼ ਕਰ ਸਕਦੇ ਹੋ। ਠੀਕ ਹੈ। ਇੱਦਾਂ ਆਪਾਂ ਸ਼ੋਅ ਕਰ ਸਕਦੇ ਹਾਂ ਜਾਂ ਕੀ ਕਰ ਸਕਦੇ ਹਾਂ ਆਪਾਂ ਸਲੋਪ ਸ਼ੋਅ ਕਰਦੀ ਇਹਦੀ ਇੱਧਰਲੇ ਪਾਸੇ ਗਿਵਿੰਗ ਦਾ ਹਾਈਟ ਆਫ ਵਨ ਸਾਈਡ length of taper and slope of tapered face। ठीक है। next बच्चे अपना आ जाता dimensioning of threads। देखो ਜਿਹੜਾ थ्रेड ਹੁੰਦਾ बेसिकली चूड़ी ਨੂੰ ਕਹਿੰਦੇ ਆਪਾਂ। ਹੁਣ ਚੂੜੀ ਦੇ ਦੋ ਡਾਇਮੀਟਰ ਹੁੰਦੇ ਆ ਇੱਕ ਤਾਂ ਐਕਸਟਰਨਲ ਇੱਕ ਇੰਟਰਨਲ। ਠੀਕ ਆ। ਉਹਨੂੰ ਤੁਸੀਂ ਇਸ ਹਿਸਾਬ ਦੇ ਨਾਲ ਇੱਕ ਨੋਮੀਨਲ ਡਾਇਮੀਟਰ ਆਉਂਦਾ ਦੋਵਾਂ ਦਾ ਮੀਨ ਆਪਾਂ ਉਸ ਹਿਸਾਬ ਨਾਲ ਡਿਫਾਈਨ ਕਰਦੇ ਹਾਂ M12 ਦੇ ਨਾਲ ਡੋਨੇਟ ਕਰਤਾ ਇਹਨੂੰ। ठीक है। बाकी सारा कुछ ਤੁਹਾਡਾ सेम ਰਹਿੰਦਾ। ਨੈਕਸਟ ਆਪਣੇ ਆ ਜਾਂਦੀ ਹੈ ਜਨਰਲ ਰੂਲਸ ਆਫ ਡਾਇਮੈਂਸ਼ਨਿੰਗ। ਕਹਿੰਦੇ ਬਿਟਵੀਨ ਐਨੀ ਟੂ ਐਕਸਟੈਂਸ਼ਨ ਲਾਈਨਸ देयर मस्ट बी वन एंड ओनली वन डायमेंशन लाइन bearing one dimension। कहते one of the extension lines may be common to another dimension as in the parallel dimensioning। ਕਹਿੰਦੇ ਤੁਸੀਂ ਇੱਕੋ ਬੇਰਿੰਗ ਲਾਈਨ ਲਗਾਉਣੀ ਹੈ। ਕਹਿੰਦੇ ਐਜ਼ ਫਾਰ ਐਜ਼ ਪੋਸੀਬਲ ਆਲ ਦੀ ਡਾਇਮੈਂਸ਼ਨ ਸ਼ੁੱਡ ਬੀ ਪਲੇਸਡ ਆਊਟਸਾਈਡ ਦੀ ਵਿਊਜ਼। ਕਹਿੰਦੇ ਜਿੱਥੇ ਤੱਕ ਹੋ ਸਕਦਾ ਜਿੰਨੀਆਂ ਡਾਇਮੈਂਸ਼ਨਿੰਗ ਕਰਨੀ ਹੈ ਤੁਸੀਂ ਆਪਣੀ ਫਿਗਰ ਤੋਂ ਬਾਹਰ ਹੀ ਬਣਾਓ। ਇਨਸਾਈਡ ਡਾਇਮੈਂਸ਼ਨਸ ਆਰ ਪ੍ਰੈਫਰਡ ਓਨਲੀ ਇਫ ਦੇ ਆਰ ਕਲੀਅਰਰ ਐਂਡ ਮੋਰ ਈਜ਼ੀਲੀ ਰੀਡੇਬਲ। ਕਹਿੰਦੇ ਜੇ ਤੁਹਾਡੇ ਕੋਲ ਅੰਦਰ ਵਾਲੇ ਪਾਸੇ ਜਗ੍ਹਾ ਹੈ ਤਾਂ ਹੀ ਤੁਸੀਂ ਅੰਦਰ ਵਾਲੇ ਪਾਸੇ ਬਣਾਓ ਨਹੀਂ ਤਾਂ ਬਾਹਰ ਵਾਲੇ ਪਾਸੇ ਸਾਰੀ ਡਾਇਮੈਂਸ਼ਨਿੰਗ ਕਰੋ। ਕਹਿੰਦੇ ਤੀਜਾ ਹੈਗਾ ਆਲ ਦਾ dimensions on a drawing must be shown using either aligned system or unidirection system। ਕਹਿੰਦੇ ਜਦੋਂ ਤੁਸੀਂ ਡਾਇਮੈਂਸ਼ਨਿੰਗ ਕਰਨੀ ਨਾ ਬੱਚੇ ਉਦੋਂ ਜਾਂ ਤੇ ਅਲਾਈਨਡ ਸਿਸਟਮ ਯੂਜ਼ ਕਰਨਾ ਜਿਹੜਾ ਆਪਾਂ ਸਟਾਰਟਿੰਗ 'ਚ ਪੜ੍ਹਿਆ ਸੀ ਜਾਂ ਯੂਨੀਡਾਇਰੈਕਸ਼ਨਲ ਸਿਸਟਮ ਯੂਜ਼ ਕਰਨਾ। ਇਹਨਾਂ ਦੋਨਾਂ ਸਿਸਟਮਾਂ ਨੂੰ ਆਪਾਂ ਮਿਕਸ ਨਹੀਂ ਕਰਨਾ। ਠੀਕ ਹੈ। ਫਿਰ ਆ ਜਾਂਦਾ ਦ ਸੇਮ ਯੂਨਿਟ ਆਫ ਲੈਂਥ ਸ਼ੁੱਡ ਬੀ ਯੂਜ਼ਡ ਫॉर ਆਲ ਦੀ ਡਾਇਮੈਂਸ਼ਨਸ ਔਨ ਏ ਡਰਾਇੰਗ। ਦ ਯੂਨਿਟ should not be written after each dimension but a note mentioning the unit should be placed below the drawing। ਕੀ ਕਹਿੰਦਾ ਇਹ ਕਹਿੰਦਾ ਜਦੋਂ ਆਪਣੀ ਡਰਾਇੰਗ ਆਪਾਂ ਜਿਹੜਾ ਯੂਨਿਟ ਲਿਖਣਾ ਵਾ ਹਰੇਕ ਵਾਰੀ ਨਹੀਂ ਲਿਖਣਾ। ਜਿਵੇਂ ਕੋਈ ਪਹਿਲਾਂ ਵੀ ਬਣਾਇਆ ਸੀ ਰੈਕਟੈਂਗਲ ਵੀ ਇਹ 100 mm ਆ ਆਪਾਂ mm ਨਾਲ ਕਿਉਂ ਨਹੀਂ ਪਾਉਂਦੇ ਜਾਂ 50 mm ਇੱਥੇ mm ਨਾਲ ਕਿਉਂ ਨਹੀਂ ਲਿਖਿਆ। ਰੀਜ਼ਨ ਉਹਦਾ ਇਹੀ ਆਪਾਂ ਬਿਲਕੁਲ ਬਾਟਮ 'ਤੇ ਲਿਖ ਲੈਂਦੇ ਹਾਂ ਵੀ ਆਲ ਡਾਇਮੈਂਸ਼ਨਸ ਆਰ ਇਨ mm ਈਦਰ ਸਪੈਸੀਫਾਈਡ। ਨਾਲ ਇਹ ਵੀ ਲਿਖ ਸਕਦੇ ਹੋ ਵੀ ਜੇ ਕਿਸੇ ਡਾਇਮੈਂਸ਼ਨ ਤੁਸੀਂ ਜੇ ਹੋਰ ਯੂਨਿਟ ਵਿੱਚ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ। ਫਿਰ ਆ ਜਾਂਦੇ ਆ ਡਾਇਮੈਂਸ਼ਨ ਲਾਈਨਸ ਸ਼ੁੱਡ ਨਾਟ ਕ੍ਰਾਸ ਈਚ ਅਦਰ। ਕਹਿੰਦੇ ਇਹ ਡਾਇਮੈਂਸ਼ਨ ਲਾਈਨਸ ਆ ਇਹ ਆਪਸ ਇੱਕ ਦੂਜੇ ਨੂੰ ਕ੍ਰਾਸ ਨਹੀਂ ਕਰਦੀਆਂ। ਦੇ ਈਦਰ ਨਾਟ ਕ੍ਰਾਸ ਐਨੀ ਅਦਰ ਲਾਈਨਸ ਆਫ ਦੀ ਓਬਜੈਕਟ। ਕਹਿੰਦੇ ਜੇ ਤੁਸੀਂ ਡਾਇਮੈਂਸ਼ਨਿੰਗ ਕਰਨੀ ਹੈ ਤਾਂ ਉਹ ਇੱਕ ਦੂਜੇ ਨੂੰ ਲਾਈਨਸ ਕਦੀ ਵੀ ਕ੍ਰਾਸ ਨਹੀਂ ਕਰਨਗੀਆਂ। ਤੇ ਤੁਸੀਂ ਕੋਸ਼ਿਸ਼ ਕਰਨੀ ਆ ਵੀ ਕੋਈ ਵੀ ਡਾਇਮੈਂਸ਼ਨ ਆਪਣੀ ਛੁੱਟੇ ਨਾ। ਠੀਕ ਹੈ। 6th ਪੁਆਇੰਟ ਇਹੀ ਕਹਿੰਦਾ ਵੀ ਆਲ ਡਾਇਮੈਂਸ਼ਨ ਮਸਟ ਬੀ ਗਿਵਨ। ਬਿਨਾਂ ਡਾਇਮੈਂਸ਼ਨ ਕੋਈ ਵੀ ਡਾਇਮੈਂਸ਼ਨ ਤੁਹਾਡੀ ਜੇ ਰਹਿ ਗਈ ਤਾਂ ਉਹਦੇ ਨੰਬਰ ਕੱਟੇ ਜਾਣਗੇ। ਤੇ ਇਹ ਵੀ ਨਹੀਂ ਕਿ ਆਪਾਂ ਦੁਬਾਰੇ ਦੇਈ ਜਾਈਏ। ਈਚ ਡਾਇਮੈਂਸ਼ਨ ਸ਼ੁੱਡ ਬੀ ਗਿਵਨ ਓਨਲੀ ਵਨਸ। ਠੀਕ ਹੈ। ਐਂਡ ਨੋ ਡਾਇਮੈਂਸ਼ਨ ਸ਼ੁੱਡ ਬੀ ਰਿਡੰਡੈਂਟ। ਨੈਕਸਟ ਤੁਹਾਨੂੰ ਇੱਕ ਆਪਾਂ ਸੈਂਪਲ ਜੀ ਡਾਇਮੈਂਸ਼ਨਿੰਗ ਦੀ ਇੱਕ ਤੁਹਾਨੂੰ ਟੈਕਨੀਕ ਦੱਸ ਦਿੰਦੇ ਹਾਂ। ਡਾਇਮੈਂਸ਼ਨਿੰਗ ਕਰੈਕਟ ਵਰਸਿਸ ਰੋਂਗ। ਤੁਸੀਂ ਜੋ ਲੈਕਚਰ ਸੁਣਿਆ ਅੱਜ
ਉਹਦੇ ਬੇਸ ਤੇ ਦੱਸ ਸਕਦੇ ਹੋ ਇਹਦੇ 'ਚ ਰੋਂਗ ਕਿਉਂ ਰੋਂਗ ਹੈ ਤੇ ਜਿਹੜਾ ਕਰੈਕਟ ਆ ਉਹ ਕਿਉਂ ਕਰੈਕਟ ਹੈ। ਠੀਕ ਹੈ, ਤੁਸੀਂ ਦੇਖ ਸਕਦੇ ਹੋ ਬੱਚੇ ਇਹਦੇ ਵਿੱਚ ਫਿਗਰ ਵੀ ਕਿਹੜੀਆਂ ਕਿਹੜੀਆਂ ਆਪਾਂ ਗਲਤੀਆਂ ਕੀਤੀਆਂ ਹੋਈਆਂ ਨੇ ਤੇ ਉਹ ਕਿਵੇਂ ਆਪਾਂ ਕਰੈਕਟ ਕੀਤੀਆਂ ਨੇ। ਜਿਵੇਂ ਸਭ ਤੋਂ ਪਹਿਲਾਂ ਇਹ 40 ਆਪਾਂ ਬਹੁਤ ਗਲਤ ਲਿਖਿਆ ਹੋਇਆ ਜਿਹੜਾ ਪਹਿਲੀ ਗੱਲ ਤਾਂ ਡਾਇਮੈਂਸ਼ਨਿੰਗ ਅੰਦਰ ਵਾਲੇ ਪਾਸੇ ਨਹੀਂ ਕਰਨੀ ਚਾਹੀਦੀ ਆਪਾਂ ਨੂੰ, ਪਾਉ ਕੀਤੀ ਹੋਈ ਆ 25 ਅੰਦਰ ਲਿਖਿਆ ਹੋਇਆ, ਇਹ ਵੀ 25 ਅੰਦਰ ਲਿਖਿਆ, ਇਹ ਬਾਹਰ ਵਾਲੇ ਪਾਸੇ ਲਿਖਿਆ ਜਾ ਸਕਦਾ ਸੀ। ਆ ਵੀ 25 ਆਪਾਂ ਅੰਦਰ ਲਿਖਿਆ ਹੋਇਆ, ਵੀ 20 R10 ਆਪਾਂ ਬਾਹਰ ਵਾਲੇ ਪਾਸੇ ਸ਼ੋਅ ਕਰਨਾ ਸੀ। ਆਹ ਦੇਖੋ ਗਲਤ ਡਾਇਮੈਂਸ਼ਨਿੰਗ ਕੀਤੀ ਹੋਈ। ਠੀਕ ਹੈ, ਜੇ ਇਹਨੂੰ ਸਹੀ ਤਰੀਕੇ ਨਾਲ ਕਰੀਏ ਆਪਾਂ ਤਾਂ ਆਪਣੀ ਆਹ ਜਿਹੜੀ ਚੀਜ਼ ਬਣਦੀ ਵੀ ਜਿਹੜਾ ਉਹ 25 ਆਪਾਂ ਇੱਧਰਲੇ ਪਾਸੇ ਸ਼ੋਅ ਕੀਤਾ ਸੀ ਉਹ ਆਪਾਂ ਬਾਹਰ ਵਾਲੇ ਪਾਸੇ ਸ਼ੋਅ ਕਰ ਸਕਦੇ ਹਾਂ ਆਪਾਂ। ਠੀਕ ਹੈ, ਆਹ ਦੇਖੋ ਇੱਥੇ ਬਾਹਰ ਵਾਲੇ ਪਾਸੇ ਸ਼ੋਅ ਕਰਤਾ, ਇੱਥੇ ਜਿੱਥੇ ਅੰਦਰ ਵਾਲੇ ਪਾਸੇ ਡਾਇਮੈਂਸ਼ਨਿੰਗ ਹੋਈ ਸਾਰੀ ਆਪਾਂ ਬਾਹਰ ਵਾਲੇ ਪਾਸੇ ਕਰਤੀ। ਠੀਕ ਹੈ, ਹੋਪਫੁਲੀ ਮੈਂ ਸਮਝਦਾ ਤੁਹਾਨੂੰ ਸਮਝ ਲੱਗ ਗਿਆ ਹੋਏਗਾ ਅੱਜ ਦਾ ਟੌਪਿਕ। ਜੇ ਕੋਈ ਫਿਰ ਵੀ ਪ੍ਰੋਬਲਮ ਹੋਈ ਤਾਂ ਤੁਸੀਂ ਆਪਣੇ ਕੰਸਰਨ ਟੀਚਰਸ ਨੂੰ ਪੁੱਛ ਸਕਦੇ ਹੋ। ਮੋਰ ਓਵਰ ਜਿਹੜੀਆਂ ਸਿੰਬਲਸ ਤੇ ਐਬਰੀਵੇਸ਼ਨ ਜਿਹੜੀਆਂ ਡਰਾਇੰਗ 'ਚ ਯੂਜ਼ ਹੋਣੀਆਂ ਨੇ, ਬੇਸਿਕ ਜੈਕਟ ਉਹਦਾ ਤੁਹਾਨੂੰ ਦੱਸ ਦਿੰਦੇ ਹਾਂ। ਪਹਿਲਾ ਆਪਣਾ ਡਾਇਆਮੀਟਰ ਹੁੰਦਾ, S5 ਮਤਲਬ ਕਿ ਸਫੈਰੀਕਲ ਡਾਇਆਮੀਟਰ, R ਇਜ਼ ਰੇਡੀਅਸ, SR ਇਜ਼ ਸਫੈਰੀਕਲ ਰੇਡੀਅਸ। ਸਕੇਅਰ ਦੀ ਸ਼ੇਪ ਜਾਂ SQ ਦੈਟਸ ਆਲਸੋ ਸਕੇਅਰ। CYL ਹੁੰਦਾ ਸਿਲੰਡਰ ਔਰ ਸਿਲੰਡਰੀਕਲ। PCD ਹੁੰਦਾ ਪਿਚ ਸਰਕਲ ਡਾਇਆਮੀਟਰ, ਤੁਹਾਨੂੰ ਦੱਸਾਂਗੇ ਜਿਵੇਂ ਜਿਵੇਂ ਆਪਾਂ ਡਰਾਇੰਗ ਪੜ੍ਹਦੇ ਹਾਂ। EQSP ਇਹਦਾ ਮਤਲਬ ਹੁੰਦਾ EQ ਸਪੇਸਡ, ਵੀ ਬਰਾਬਰ ਡਿਸਟੈਂਸ ਦੀ ਸਪੇਸਿੰਗ ਕੀਤੀ ਹੋਈ ਆਪਾਂ। ਫਿਰ ਆਪਣਾ ਸਿੰਬਲ ਆਉਂਦਾ LG ਦੈਟਸ ਲੌਂਗ। CSK ਜਾਣੀ ਕਿ ਕਾਊਂਟਰ ਸੰਕ। C ਬੋਰ, C ਆਪਾਂ ਉੱਤੇ ਪੋਸਟੋਫੀ S ਪਾ ਕੇ ਬੋਰ ਪਾਇਆ, ਦੈਟਸ ਕਾਊਂਟਰ ਬੋਰ। SF ਔਰ S ਫੇਸ ਦੈਟ ਇਜ਼ ਸਪੋਟ ਫੇਸ। ਫਿਰ ਆਪਣਾ ਆ ਜਾਂਦਾ ਟੇਪਰ ਦੀਆਂ ਕੁਛ ਆਪਣੀਆਂ ਡਾਇਮੈਂਸ਼ਨਸ ਆ। ਜਿਹੜਾ ਤੇ ਆਪਾਂ ਐਰੋ ਬਣਾਇਆ ਹੋਇਆ ਦੈਟ ਇਜ਼ ਕੋਨੀਕਲ ਟੇਪਰ, ਦਿਸ ਇਜ਼ ਕੋਨੀਕਲ ਟੇਪਰ ਐਂਡ ਦਾ ਬੋਟਮ ਵਨ ਇਜ਼ ਫਲੈਟ ਟੇਪਰ। ਲਾਸਟ ਆਪਣਾ ਆ ਜਾਂਦਾ M ਹੈਗਾ ਮੀਟਰਿਕ ਥਰੈਡ। ਥਰੈਡ ਤੁਹਾਨੂੰ ਡਰਾਇੰਗ 2 'ਚ ਲੱਗਦੇ ਹੁੰਦੇ ਨੇ, ਉਦੋਂ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਜਾਊਗਾ। ਠੀਕ ਹੈ ਸਟੂਡੈਂਟਸ, ਥੈਂਕ ਯੂ।